ਜਿਵੇਂ ਭਾਜੀ ਗੱਲ ਕਰਦੇ ਸੀ, ਇਹ ਵੀ ਪਹਿਲਾਂ ਟੈਗੋਰ ਵਾਂਗ ਰਹੇ ਨੇ ਤੇ ਮੇਰੇ ਵਾਂਗ ਹੀ ਰਹੇ ਨੇ। ਮੈਂ ਕਹਾ ਤਾਂ ਤੇ ਹੌਲੀ 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 ਬਖਸ਼ਿਸ਼ਾਂ ਹੋਈਆਂ ਔਰ ਦਸਤਾਰ ਸਿਰ ਤੇ ਆਈ। ਦਾੜਾ ਪ੍ਰਕਾਸ਼ ਵੀ ਕਰਦੇ ਰਹੇ, ਨੌਜਵਾਨ ਵੀ ਕਰਦੇ ਰਹੇ ਨੇ। ਔਰ ਜੇ ਮੈਂ ਕਹਾਂ, ਇਹ ਸਿਰਫ ਪਟਿਆਲਾ ਪੰਜਾਬ ਦੀ ਸ਼ਖਸੀਅਤ ਨਹੀਂ, ਇਹ ਸਿਰਫ ਪੰਜਾਬੀ ਅਦਬ ਜਾਂ ਪੰਜਾਬੀ ਮਾਂ ਬੋਲੀ ਦੀ ਸ਼ਖਸੀਅਤ ਨਹੀਂ, ਇਹ ਪੂਰੇ ਸੰਸਾਰ ਪੱਧਰ ਤੇ ਜਿੱਥੇ ਵੀ ਪੰਜਾਬੀਅਤ ਤੇ ਪੰਜਾਬ ਬੈਠਾ ਹੈ, ਉਸ ਸ਼ਖਸੀਅਤ ਦੇ ਮਾਲਕ ਨੇ। ਇਹਨਾਂ ਨੂੰ ਬੇਨਤੀ ਹੈ ਕਿ ਆਪਣੇ ਵਿਚਾਰਾਂ ਨਾਲ ਅੱਜ ਫਿਰ ਸਾਨੂੰ ਸਰਸ਼ਾਰ ਕਰਨ। ਡਾਕਟਰ ਸਾਹਿਬ ਪਲੀਜ਼। ਦੇਖੋ, ਜਦੋਂ ਸ਼ੁਰੂ ਕਰਨ ਲੱਗੇ ਸੀ ਵੈਸੇ ਕਿ ਪਤਾ ਨਹੀਂ ਕਿਸ ਤਰ੍ਹਾਂ ਦਾ ਸਾਡਾ ਸਮਾਗਮ ਹੋਏਗਾ, ਤੇ ਜਿਸ ਤਰ੍ਹਾਂ ਦਰਦੇ ਸਾਹਿਬ ਨੇ ਕਿਹਾ, ਵਾਹਿਗੁਰੂ ਦੀ ਐਸੀ ਕਿਰਪਾ ਹੋਈ ਕਿ ਮੈਂ ਹੁਣ ਕੋਈ ਇਹ ਗੱਲ ਵਧਾ ਚੜਾ ਕੇ ਨਹੀਂ ਕਹਿ ਰਿਹਾ ਕਿ ਜਿਸ ਤਰ੍ਹਾਂ ਦਾ ਮਾਂ ਬੋਲੀ ਦਿਵਸ ਇਸ ਜਗ੍ਹਾ ਤੇ ਮਨਾਇਆ ਗਿਆ। ਹੁਣ ਮੈਨੂੰ ਵੀ ਲੰਬਾ ਸਮਾਂ ਤਜਰਬਾ ਹੈਗਾ, ਮੈਂ ਅਮਰੀਕਾ, ਕੈਨੇਡਾ, ਇੰਗਲੈਂਡ, ਬਾਹਰ ਇੱਥੇ ਵੀ ਵੱਖ-ਵੱਖ ਅਦਾਰਿਆਂ 'ਚ ਮਨਾਇਆ ਹੈ, ਪਰ ਇਹ ਜੋ ਵਿਲੱਖਣਤਾ ਸੀ ਇਹ ਮਨਾਉਣ ਦੀ, ਔਰ ਜਿੰਨਾ ਕੁਛ ਇੱਥੇ ਜਿਹੜਾ ਤੁਹਾਡੇ ਅੱਗੇ ਜਿਹੜਾ ਵਿਚਾਰਾਂ ਦੇ ਰੂਪ 'ਚ ਭੇਟ ਕੀਤਾ ਗਿਆ, ਇਸ ਤਰ੍ਹਾਂ ਦਾ ਕਦੀ ਕਿਤੇ ਅੱਜ ਤੱਕ ਨਾ ਮਨਾਇਆ ਗਿਆ, ਸ਼ਾਇਦ ਕਦੀ ਨਾ ਮਨਾਇਆ ਗਿਆ, ਕਿਉਂਕਿ ਇੰਨਾ ਜਿਹੜਾ ਇਤਿਹਾਸ ਹੈ, ਜਿੰਨਾ ਕੁ ਅਸੀਂ ਇਤਿਹਾਸ ਜਾਣਿਆ, ਪਹਿਲਾਂ ਸਾਕਾ ਨਨਕਾਣਾ ਸਾਹਿਬ ਦਾ, ਫਿਰ ਪਰਮਵੀਰ ਸਿੰਘ ਉਹਨਾਂ ਨੇ ਸਾਨੂੰ ਢਾਕੇ ਦੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਦੇ ਬਾਰੇ ਜਾਣਕਾਰੀ ਦਿੱਤੀ। ਫਿਰ ਦਰਦੀ ਸਾਹਿਬ ਨੇ ਇਹੋ ਜਿਹੀ ਜਾਣਕਾਰੀ ਦਿੱਤੀ ਕਿ ਮੈਂ ਬੜਾ ਇੱਕ ਜ਼ਰੂਰੀ, ਤੁਸੀਂ ਸਮਝ ਲਓ, ਕੰਮ ਉਹ ਵੀ ਨਹੀਂ ਮੈਂ ਜਾ ਸਕਿਆ ਕਿ ਇੰਨਾ ਵਧੀਆ ਸੀ। ਮੈਂ ਕਿਹਾ ਇੱਕ ਸੈਕਿੰਡ ਵੀ ਮੈਂ ਨਹੀਂ ਲਾਉਣਾ, ਇਹ ਜਿਹੜੀ ਵਡਮੁੱਲੀ ਜਾਣਕਾਰੀ ਤੋਂ ਆਪਣੇ ਆਪ ਨੂੰ ਵਾਂਝਾ ਨਹੀਂ ਕਰਨਾ ਚਾਹੁੰਦੇ ਸੀ। ਤਾਂ ਆਪਾਂ ਕਿੰਨੇ ਖੁਸ਼ਕਿਸਮਤ ਆ ਕਿ ਆਪਾਂ ਮਤਲਬ ਇਸ ਪੱਧਰ ਦਾ ਇੱਕ ਜਿਹੜਾ ਨਵਾਂ ਕਿ ਇਤਿਹਾਸ ਔਰ ਮਾਂ ਬੋਲੀ ਨੂੰ ਜਿਹੜਾ ਮੇਲ ਕੇ ਜੋੜ ਕੇ ਜਿਹੜਾ ਹੈਗਾ ਇੱਕ ਵਿਲੱਖਣ ਕਿਸਮ ਦਾ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਮਾਂ ਬੋਲੀ ਦਾ ਦਿਵਸ ਜਿਹੜਾ ਮਨਾਇਆ। ਤਾਂ ਇੱਕ ਦਰਦੀ ਸਾਹਿਬ ਨਾਲ ਮੈਂ ਹਮੇਸ਼ਾ ਸ਼ੁਕਰਗੁਜ਼ਾਰ ਰਿਹਾ ਕਿ ਠੀਕ ਹੈ ਕਿ ਅੱਜ ਜਿਵੇਂ ਇਹਨਾਂ ਨੇ ਦੱਸਿਆ ਕਿ ਥੋੜੀ ਬਹੁਤੀ ਮੇਰੀ ਪਹਿਚਾਣ ਹੈ, ਲੇਕਿਨ ਜਦੋਂ ਇੰਨੀ ਨਹੀਂ ਸੀਗੀ ਤਾਂ ਉਦੋਂ ਮੈਂ ਦੱਸਦਾ ਕਿ ਇਹਨਾਂ ਨੇ ਮੇਰੇ ਬਾਰੇ ਕੀ ਕਿਹਾ, ਪਬਲਿਕਲੀ ਕਿਹਾ, ਇੱਕ ਥਾਂ ਦੇ ਪੱਤਰਕਾਰ ਸਾਹਮਣੇ ਕਿਹਾ। ਇਹ ਕਹਿੰਦੇ ਕਿ ਦੇਖੋ, ਮੈਨੂੰ ਜੀਵਨ ਦੇ ਵਿੱਚ ਬਹੁਤ ਵੱਡੇ ਵਿਦਵਾਨਾਂ ਨਾਲ ਜਿਹੜਾ ਹੈ ਬਹੁਤ ਨੇੜਿਓਂ ਵਿਚਰਨ ਦਾ ਮੌਕਾ ਮਿਲਿਆ। ਇਹ ਕਹਿੰਦੇ ਕਿ ਮੈਂ ਇਹ ਕਹਿ ਸਕਦਾ ਕਿ ਜਿਸ ਵਿਦਵਤਾ ਦੇ ਪੱਧਰ ਤੇ ਡਾਕਟਰ ਸਵਰਾਜ ਸਿੰਘ ਪਹੁੰਚਿਆ, ਇਹਨਾਂ ਦੇ ਸ਼ਬਦਾਂ ਅਨੁਸਾਰ ਅੱਜ ਤੱਕ ਕੋਈ ਨਹੀਂ ਪਹੁੰਚਿਆ। ਮੈਂ ਨਹੀਂ ਸਮਝਦਾ ਕਿ ਇਹ ਗੱਲ ਠੀਕ ਹੈ, ਪਰ ਇਹਨਾਂ ਦਾ ਜਿਹੜਾ ਹੈ, ਪਰ ਜੋ ਇਹਨਾਂ ਨੇ ਮੇਰੇ ਬਾਰੇ ਕਹਿਤਾ ਉਹ ਮੇਰੇ ਲਈ ਜਿਹੜਾ ਹੈ ਉਹ ਇੱਕ ਮੇਰੀ ਜਿਹੜੀ ਐਕਸੈਪਟੇਬਿਲਿਟੀ ਹੈ, ਮੈਨੂੰ ਮਤਲਬ ਜਿਹੜੀ ਮੇਰੀ ਜਾਣ ਪਛਾਣ ਔਰ ਪੰਜਾਬੀ ਜਗਤ ਦੇ ਵਿੱਚ ਜਿਹੜੀ ਮੇਰੀ ਜਿਹੜੀ ਐਕਸੈਪਟੇਬਿਲਿਟੀ ਸਵੀਕ੍ਰਿਤਤਾ ਹੈਗੀ ਹੈ, ਉਹਦੇ 'ਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਤੇ ਮੈਂ ਜਿਹੜਾ ਹੈ ਇਹਦੇ ਲਈ ਇਹਨਾਂ ਦਾ ਹਮੇਸ਼ਾ ਰਿਣੀ ਰਵਾਂ। ਹੁਣ ਇੰਨਾ ਵਧੀਆ ਹੋ ਗਿਆ ਕਿ ਮੇਰੇ ਕੋਲ ਮੈਂ ਮਤਲਬ ਜਰਾ ਹੁਣ ਕੋਈ ਥੋੜੀ ਜਿਹੀ ਵੱਖਰੀ ਗੱਲ ਕਰਨਾ, ਕਿਉਂਕਿ ਇੰਨੇ ਉੱਚੇ ਪੱਧਰ ਦੀਆਂ ਗੱਲਾਂ ਹੋਈਆਂ ਨੇ ਤੇ ਮੈਨੂੰ ਥੋੜੀ ਬਹੁਤੀ ਮੈਨੂੰ ਇੰਨਾ ਮੇਰੇ ਬਾਰੇ ਕਿਹਾ ਗਿਆ ਕਿ ਜੀ ਵਿਸ਼ਵ ਚਿੰਤਕ ਇਹਨਾਂ ਦੇ ਬੜੇ ਜੋ ਵੀ ਕਿਹਾ ਗਿਆ, ਇੱਕ ਦੋ ਗੱਲਾਂ ਤਾਂ ਮੈਨੂੰ ਹੁਣ ਮਜਬੂਰੀ ਬਣ ਗਈ ਹੈ ਕਿ ਮੈਂ ਵੀ ਕੋਈ ਗੱਲ ਕਰਕੇ ਤੇ ਸ਼ਾਇਦ ਥੋੜਾ ਬਹੁਤਾ ਤੁਹਾਡਾ ਧਿਆਨ ਜਿਹੜਾ ਹੈਗਾ ਉਹ ਖਿੱਚਾਂ, ਪਰ ਮੈਂ ਜਿਹੜਾ ਉਹ ਬਿਲਕੁਲ ਵੱਖਰੀ ਗੱਲ ਕਰਾਂਗਾ। ਮੈਂ ਇਹ ਤੁਹਾਨੂੰ ਕਹਾਂਗਾ, ਮੈਂ ਕੋਈ ਚੀਜ਼ ਜਿਹੜੀ ਹੁਣ ਤੱਕ ਕਹੀ ਗਈ ਹੈ ਉਹ ਦੁਹਰਾਵਾਂਗਾ ਨਹੀਂ, ਸ਼ਾਇਦ ਇਸ ਲਈ ਮਤਲਬ ਤੁਸੀਂ ਮੇਰੀ ਗੱਲ ਸੁਣੀ ਲਓ। ਹੁਣ ਮੈਂ ਜਿਹੜਾ ਠੀਕ ਹੈ, ਇਹਨਾਂ ਨੇ ਬੜਾ ਜਿਹੜਾ ਆਪਟੀਮਿਸਟਿਕ ਜਿਹੜੀ ਗੱਲ ਕੀਤੀ ਉਹ ਚਾਹੀਦੀ ਵੀ ਹੈ ਕਿ ਸਿੱਖ ਜਿਹੜਾ ਹੈ ਹੀ ਚੜ੍ਹਦੀ ਕਲਾ, ਜੋ ਸਿਰਫ ਇਹਨਾਂ ਦੇ ਅਖਬਾਰ ਦਾ ਨਾਂ ਨਹੀਂ, ਮਤਲਬ ਜਿਹੜੀ ਆਪਟੀਮਿਜ਼ਮ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਬਖਸ਼ਿਆ ਕਿ ਮਤਲਬ ਜਿਹੜਾ ਪੋਜ਼ਿਟਿਵਿਟੀ ਜਿਹੜੀ ਚੜ੍ਹਦੀ ਕਲਾ ਜਿਹੜੀ ਆਪਟੀਮਿਜ਼ਮ, ਇਹ ਸਾਡੀ ਇੱਕ ਵਿਰਾਸਤ ਹੈ। ਲੇਕਿਨ ਉਹਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਵੀ ਸੱਚ ਜਿਹੜਾ ਹੈ ਸਮਾਜ ਦਾ ਜਿਹੜਾ ਉਹਦੇ ਬਾਰੇ ਵੀ ਜਿਹੜਾ ਹੈਗਾ ਜਾਗਰਤ ਹੋਣਾ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਹੈਗਾ ਇਹ ਵੀ ਸਾਡਾ ਫਰਜ਼ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਹੈ ਸਗੋਂ ਇਹ ਕਿਹਾ ਕਿ ਜਿਹੜਾ ਲਿਖਾਰੀਆਂ ਜਾਂ ਪੱਤਰਕਾਰਾਂ ਦਾ ਜਿਹੜਾ ਕੰਮ ਹੀ ਇਹ ਹੈ ਕਿ ਸੱਚ ਜਿਹੜਾ ਉਹ ਸਾਹਮਣੇ
ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸਤ, ਧਨ ਲਿਖਾਰੇ ਨਾਨਕਾ ਜਿਨ ਨਾਮ ਲਿਖਾਇਆ ਸੱਚ। ਤੋ ਅਗਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਵੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਨਾਂ ਨੇ ਜਿਹੜਾ ਸੱਚ ਆਪਣੇ ਸਮੇਂ ਦਾ ਉਜਾਗਰ ਕੀਤਾ, ਔਰ ਇੰਨਾ ਭਿਆਨਕ ਸੱਚ ਜਿਹੜਾ ਬਾਬਰ ਬਾਣੀ ਵੀ, ਫਿਰ ਜਿਹੜਾ ਉਹਨਾਂ ਨੇ ਰਾਜੇਸ਼ੀ ਮੁਕੱਦਮ ਕੁੱਤੇ ਜਾਇਜ਼ ਗਿਆਨ ਬੈਠੇ ਸੁੱਤੇ, ਕੂੜ ਮਾਵੇ ਸੱਚ ਚੰਦਰਵਾ ਕੇ ਦਿਸੇ ਨਾ ਕਿਆ ਚੜਿਆ, ਮਤਲਬ ਇੰਨੀ ਉਹਨਾਂ ਨੇ ਜਿਹੜਾ ਕੌੜਾ ਸੱਚ ਉਹ ਵੀ ਗੁਰੂ ਸਾਹਿਬ ਨੇ ਐਨ ਸਾਡੇ ਸਾਹਮਣੇ ਰੱਖਿਆ। ਤੋ ਹੁਣ ਇਹਨਾਂ ਨੇ ਬਹੁਤ ਵਧੀਆ ਜਿਹੜਾ ਇੱਕ ਜਿਹੜਾ ਸਾਨੂੰ ਜਿਹੜਾ ਪਰਮਵੀਰ ਉਹਨਾਂ ਨੇ ਵੀ ਤੇ ਦਰਦੀ ਸਾਹਿਬ ਨੇ ਵੀ ਇੱਕ ਤਾਂ ਸਿੱਖੀ ਦਾ ਜਿਹੜਾ ਉਹ ਪੱਖ ਹੈ ਜਿਹੜਾ ਸਾਨੂੰ ਮਤਲਬ ਚੜ੍ਹਦੀ ਕਲਾ ਬਖਸ਼ਦਾ, ਇੱਕ ਪੋਜ਼ਿਟਿਵਿਟੀ ਜਿਹੜੀ ਉਹ ਪੇਸ਼ ਕੀਤੀ, ਔਰ ਬਹੁਤ ਵਧੀਆ ਗੱਲ ਹੈ। ਲੇਕਿਨ ਹੁਣ ਮੇਰੀ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਦਾ ਮੈਂ ਜਿਹੜਾ ਇੱਕ ਸੰਤੁਲਨ ਵੀ ਕਰਾਂ ਕਿ ਠੀਕ ਹੈ ਇਹ ਨਾਲੇ ਦੋਨੋਂ ਚੀਜ਼ਾਂ ਆਪਾਂ ਵਿਰੋਧੀ ਨਹੀਂ ਹੈਗੀਆਂ। ਤੁਸੀਂ ਕਹੋ ਇੱਕ ਬੰਨੇ ਤਾਂ ਤੁਸੀਂ ਕਹਿ ਰਹੇ ਹੋ ਕਿ ਚੜ੍ਹਦੀ ਕਲਾ, ਦੂਜੇ ਬੰਨੇ ਤੁਸੀਂ ਕਹਿੰਦੇ ਵੀ ਆਹ ਪ੍ਰੋਬਲਮਾਂ ਨੇ, ਆਹ ਸਮੱਸਿਆਵਾਂ ਨੇ, ਆਹ ਚੁਣੌਤੀਆਂ ਨੇ। ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਜਿੱਦਾਂ ਸੁੱਖ ਤੇ ਦੁੱਖ, ਸੁੱਖ ਦੁੱਖ ਦੋਹੇ ਦਾ ਕੱਪੜੇ ਪਹਿਰੇ ਜਾਏ ਮਨੁੱਖ, ਮਤਲਬ ਜਿਹੜੀਆਂ ਨੇ ਗੁਰਬਾਣੀ ਵੀ ਕਹਿੰਦੇ ਧੁੱਪ ਤੇ ਛਾਂ, ਸਰਦੀ ਤੇ ਗਰਮੀ, ਇਹ ਜਿਹੜੇ ਦੋ ਵਿਰੋਧੀ ਜਿਹੜੀਆਂ ਚੀਜ਼ਾਂ ਨੇ ਇਕੱਠੀਆਂ ਨੇ। ਤੇ ਇਸ ਕਰਕੇ ਇਹ ਨਾ ਕਹਿਣਾ ਕਿ ਦੇਖੋ ਲਰਦੇ ਸਾਹਿਬ ਤੇ ਇੰਨੀ ਆਸ਼ਾਵਾਦੀ ਤੇ ਡਾਕਟਰ ਸ਼ਿਵਰਾਜ ਸਿੰਘ ਸਾਨੂੰ ਦੂਜੇ ਪਾਸੇ ਲੈ ਗਏ, ਇਹ ਦੋਨੋਂ ਜਦੋਂ ਪੂਰ। ਤਾਂ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਜਿਹੜਾ ਅੱਜ ਦੇ ਜਿਹੜਾ ਸਮਾਜ ਦਾ ਯਥਾਰਥ ਹੈ ਉਹ ਵੀ ਤੁਹਾਡੇ ਨਾਲ ਥੋੜਾ ਜਿਹਾ ਸਾਂਝਾ ਕਰਾਂ। ਹੁਣ ਅੱਜ ਜਿਹੜਾ ਹੈ ਪਹਿਲੀ ਗੱਲ ਕਿ ਜਿਹੜੀ ਗੱਲ ਮੈਂ ਕਰਨੀ ਹੈ ਕਿ ਸਭ ਤੋਂ ਵੱਡੀ ਚੁਣੌਤੀ ਪੰਜਾਬੀ ਬੋਲੀ ਨੂੰ ਕਿੱਥੋਂ ਤੇ ਕਿਸੇ ਵੀ ਬੋਲੀ ਨੂੰ ਕਿੱਥੋਂ ਆ। ਤੋ ਅੱਜ ਜਿਹੜੀ ਹੈ ਜਿਹੜੀ ਵਿਸ਼ਵੀਕਰਨ, ਜਿਹੜਾ ਗਲੋਬਲਾਈਜੇਸ਼ਨ ਹੈ, ਕਿਸੇ ਵੀ ਬੋਲੀ ਵਾਸਤੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿਉਂਕਿ ਇਹ ਵਿਸ਼ਵੀਕਰਨ ਝੂਠਾ ਹੈ। ਇਹ ਸੱਚਾ ਵਿਸ਼ਵੀਕਰਨ, ਇਹ ਜਿਹੜਾ ਅਸਲ ਦੇ ਵਿੱਚ ਜਿਹੜਾ ਵਿਸ਼ਵੀਕਰਨ ਹੈ, ਇਹ ਸਾਮਰਾਜੀ ਜਿਹੜੀ ਹੈ ਅਵਸਥਾ ਸਭ ਤੋਂ ਉੱਪਰਲੀ ਅਵਸਥਾ ਹੈ। ਜਿਸ ਤਰ੍ਹਾਂ ਲੈਨਨ ਨੇ ਕਿਹਾ ਸੀ ਕਿ ਇੰਪੀਰੀਅਲਿਜ਼ਮ ਇਜ਼ ਦੀ ਹਾਈਐਸਟ ਸਟੇਟ ਆਫ ਕੈਪੀਟਲਿਜ਼ਮ। ਹੁਣ ਸ਼ਾਇਦ ਡਾਕਟਰ ਸ਼ਿਵਰਾਜ ਸਿੰਘ ਦਾ ਨਾਮ ਦੁਨੀਆ 'ਚ ਇਸ ਗੱਲ ਤੇ ਰਹਿ ਜਾਏ ਕਿ ਡਾਕਟਰ ਸ਼ਿਵਰਾਜ ਸਿੰਘ ਨੇ ਕਿਹਾ ਕਿ ਗਲੋਬਲਾਈਜੇਸ਼ਨ ਇਜ਼ ਦੀ ਹਾਈਐਸਟ ਸਟੇਟ ਆਫ ਇੰਪੀਰੀਅਲਿਜ਼ਮ। ਇਹ ਜਿਹੜੀ ਗਲੋਬਲਾਈਜੇਸ਼ਨ ਝੂਠੀ ਹੈ, ਅਸਲ ਦੇ ਵਿੱਚ ਸਾਮਰਾਜ ਦੀ ਉੱਪਰਲੀ ਅਵਸਥਾ ਹੈ ਸਭ ਤੋਂ। ਔਰ ਇਹ ਗਲੋਬਲਾਈਜੇਸ਼ਨ ਦੀ ਕੀ ਮਾੜੀ ਗੱਲ ਹੈ, ਇਹਦੇ ਵਿੱਚੋਂ ਨੈਤਿਕਤਾ ਨਹੀਂ ਹੈ, ਇਸੇ ਆਰਥਿਕਤਾ ਨਹੀਂ ਹੈ। ਦਿਸ ਇਜ਼ ਇਕਨੋਮਿਕ ਓਨਲੀ ਗਲੋਬਲਾਈਜੇਸ਼ਨ, ਦੇयर इज नो ਐਥਿਕਲ ਐਸਪੈਕਟ। ਦੂਜੀ ਚੀਜ਼ ਕਿ ਇਹਦੇ ਵਿੱਚ ਜਿਹੜੀ ਹੈ ਵਿਸ਼ਵ ਦ੍ਰਿਸ਼ਟੀ ਨਹੀਂ ਹੈ, ਇਹ ਵਿਸ਼ਵੀਕਰਨ ਤਾਂ ਹੈ ਪਰ ਵਿਸ਼ਵ ਦ੍ਰਿਸ਼ਟੀ ਨਹੀਂ। तो this is a globalization without a global perspective। तो ये ਜਿਹੜੀ ਸਮੱਸਿਆ ਹੈ ਗਲੋਬਲਾਈਜੇਸ਼ਨ, ਇਹ ਕਰਨਾ ਕੀ ਚਾਹੁੰਦੀ ਹੈ ਕਿ ਇਹ ਜਿਹੜੀ ਜੇ ਮੈਂ ਕਹਿੰਦਾ ਕਿ ਉਹ ਸਾਮਰਾਜ ਸੀਗਾ ਤੇ ਇਹ ਸਾਮਰਾਜ ਦੇ ਉੱਪਰਲੀ ਅਵਸਥਾ, ਇਹਦੇ ਵਿੱਚ ਕੀ ਵੱਖਰੀ ਗੱਲ ਹੈ ਜਿਹੜੀ ਰਵਾਇਤੀ ਜਿਹੜਾ ਸਾਮਰਾਜ ਨਾਲ। ਰਵਾਇਤੀ ਸਾਮਰਾਜ ਸਾਡੇ ਤੇ ਸਿਰਫ ਆਰਥਿਕ ਹਮਲਾ ਸੀ, ਹੁਣ ਸਾਡੇ ਤੇ ਤਿੰਨ ਪੱਖਾ ਹਮਲਾ ਹੋ ਰਿਹਾ ਤ੍ਰਿਸ਼ੂਲ ਦੇ ਦੌਰਾਨ। ਇੱਕ ਪਾਸੇ ਆਰਥਿਕ ਹਮਲਾ ਹੋ ਰਿਹਾ, ਦੂਸਰੇ ਪਾਸੇ ਸਾਡੇ ਸੱਭਿਆਚਾਰਕ ਹਮਲਾ ਹੋ ਰਿਹਾ ਹੈ, ਤੀਸਰੇ ਪਾਸੇ ਸਾਡੇ ਟੈਕਨੋਲੋਜੀ ਦਾ ਹਮਲਾ ਹੋ ਰਿਹਾ। ਇਹ ਤਿੰਨ ਹਮਲੇ ਹੋ ਰਹੇ ਨੇ। ਔਰ ਇਹਦਾ ਜਿਹੜਾ ਆਖਰੀ ਜਿਹੜਾ ਇਹਦਾ ਫਰਕ ਰਵਾਇਤੀ ਸਾਮਰਾਜ ਨਾਲੋਂ ਇਹ ਹੈ ਕਿ ਇਹ ਸੱਭਿਆਚਾਰ ਦਾ ਜਿਹੜਾ ਕੇਂਦਰੀ ਮਸਲਾ ਹੈ, ਜਿਹੜਾ ਆਰਥਿਕ ਹਮਲੇ ਨਾਲੋਂ ਵੀ ਜ਼ਿਆਦਾ ਸੱਭਿਆਚਾਰ ਦਾ ਹਮਲਾ ਹੈ ਕਿ ਇਹ ਜਿਹੜਾ ਵਿਸ਼ਵੀਕਰਨ ਹੈ ਇਹ ਸੱਭਿਆਚਾਰਕ ਵਿਲੱਖਣਤਾ ਨੂੰ ਖਤਮ ਕਰਨਾ ਚਾਹੁੰਦਾ। ਇਹਦਾ ਇੱਕੋ ਹੀ ਸੱਭਿਆਚਾਰ ਹੈ ਜਿਹੜਾ ਕੰਜ਼ਿਊਮਰ ਕਲਚਰ, ਖਪਤਕਾਰੀ ਸੱਭਿਆਚਾਰ। ਇਹ ਬਾਕੀ ਜਿੰਨੇ ਦੁਨੀਆ ਦੇ ਸੱਭਿਆਚਾਰਾਂ ਨੂੰ ਸਾਰਿਆਂ ਦਾ ਮਲਿਆ ਮੇਟ ਕਰਕੇ ਆਪਣਾ ਜਿਹੜਾ ਖਪਤਕਾਰੀ ਸੱਭਿਆਚਾਰ ਨਾਲ। ਹੁਣ ਤੁਸੀਂ ਕਹੋਗੇ ਸੱਭਿਆਚਾਰ ਦੀ ਗੱਲ ਹੈ ਤਾਂ ਗੱਲ ਤਾਂ ਆਪਾਂ ਬੋਲੀ ਦੇ ਵਿੱਚ ਬਣਾ ਰਹੇ ਹਾਂ ਵੀ ਸੱਭਿਆਚਾਰ ਦੀ ਗੱਲ ਮੈਂ ਕਿਉਂ ਕੇਂਦਰੀ ਨੁਕਤਾ ਬਣਾ ਰਿਹਾ, ਕਿਉਂਕਿ ਬੋਲੀ ਤੇ ਸੱਭਿਆਚਾਰ ਇਹਨਾਂ ਦਾ ਬਹੁਤ ਜਿਹੜਾ ਰਿਸ਼ਤਾ ਹੈ। ਬੋਲੀ ਤੋਂ ਬਿਨਾਂ ਸੱਭਿਆਚਾਰ ਨਹੀਂ, ਸੱਭਿਆਚਾਰ ਤੋਂ ਬਿਨਾਂ ਬੋਲੀ। ਜੇ ਸਾਡਾ ਸੱਭਿਆਚਾਰ ਖਤਮ ਹੋ ਗਿਆ ਫਿਰ ਤੁਹਾਡੀ ਬੋਲੀ ਨਹੀਂ ਬਚ ਸਕਦੀ। ਤਾਂ ਇਹ ਜਿਹੜੀ ਚੀਜ਼ ਹੈ ਦੁੱਖ ਦੀ ਜਿਹੜੀ ਗੱਲ, ਜੇ ਚੁਣੌਤੀ ਸਾਡੇ ਸਭ ਤੋਂ, ਜਿੱਦਾਂ ਦੱਸਿਆ ਦਰਦੀ ਸਾਹਿਬ ਨੇ ਕਿ ਇਹਨਾਂ ਨੇ ਵੀ ਦੁਨੀਆ ਬਹੁਤ ਦੇਖੀ ਹੈ, ਮੈਨੂੰ ਵੀ ਬਹੁਤ ਲਗਭਗ ਦੁਨੀਆ ਦੇ ਹਰ ਖਿੱਤੇ ਜਾਣ ਦਾ ਮੌਕਾ ਮਿਲਿਆ। ਹੁਣ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿਸ ਹੱਦ ਦਾ
ਇਸ ਕੰਜ਼ਿਊਮਰ ਕਲਚਰ ਨੇ, ਖਪਤਕਾਰੀ ਸੱਭਿਆਚਾਰ ਨੇ ਪੰਜਾਬ ਤੇ ਪੰਜਾਬੀਆਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਹੱਦ ਦੀਆਂ ਅਸੀਂ ਆਪਣੀਆਂ ਕਦਰਾਂ ਕੀਮਤਾਂ ਗਵਾਈਆਂ ਨੇ, ਇਹ ਮੈਂ ਘੱਟੋ ਘੱਟ ਦੁਨੀਆ ਦੇ ਕਿਸੇ ਖੇਤਰ 'ਚ ਨਹੀਂ ਦੇਖਿਆ। ਤੋ ਇਸ ਕਰਕੇ ਇਹ ਜਿਹੜੀ ਸੱਚਾਈ ਹੈ, ਜਿਹੜੀ ਕੌੜੀ ਸੱਚਾਈ, ਅੱਜ ਅਸੀਂ ਉਹਨੂੰ ਫੇਸ ਕਰਨਾ ਹੈ ਕਿ ਅਸੀਂ ਜਿਹੜਾ ਹੈ, ਸਾਡੀ ਬੋਲੀ ਨਹੀਂ ਬਚੇਗੀ ਜੇ ਅਸੀਂ ਆਪਣਾ ਸੱਭਿਆਚਾਰ ਦੀ ਰਾਖੀ ਨਾ ਕੀਤੀ। ਹੁਣ ਜਿਹੜਾ ਹੈਗਾ ਕਿ ਜਿਹੜਾ ਵੀ ਹੁਣ ਇੱਕ ਜਿਹੜੀ ਚੀਜ਼ ਹੋਰ ਮੈਂ ਵੱਖਰੀ, ਮੈਂ ਥੋੜਾ ਜਿਹਾ ਪੁਆਇੰਟ ਲਿਖੇ ਹੋਏ ਨੇ, ਮੈਂ ਕਿਹਾ ਚਲੋ ਥੋੜੀ ਦਿਲਚਸਪ ਗੱਲ ਬਣਾ ਵੀ ਸੱਭਿਆਚਾਰ ਦੇ ਵਿੱਚ ਜਿਹੜਾ ਹੈਗਾ ਸਾਮਰਾਜ ਜਿਹੜੇ, ਉਹਦੇ ਵਿੱਚ ਵੀ ਇੱਕ ਵੱਖਰਾ ਸਾਮਰਾਜ ਹੈ ਗੰਦੀ ਸਾਹਿਬ, ਜਿਹੜਾ ਜਿਹਨੂੰ ਅਸੀਂ ਐਂਗਲੋ ਸੈਕਸਨ ਕਹਿੰਦੇ। ਅੱਜ ਜਿਹੜਾ ਡੋਮੀਨੇਟ ਕਰ ਰਿਹਾ ਜਿਹੜਾ ਉਹ ਅੰਗਰੇਜ਼ੀ ਬੋਲੀ ਵਾਲੇ ਜਿਹੜਾ ਜਿਹੜਾ ਸਾਮਰਾਜ ਹੈ, ਉਹ ਦੁਨੀਆ ਦੇ ਉੱਪਰ ਛਾਇਆ ਪਿਆ। ਔਰ ਉਹਦੇ ਵਿੱਚ ਕਿਹੜੇ ਦੇਸ਼ ਹੈ? ਵੱਡਾ ਦੇਸ਼ ਅਮਰੀਕਾ, ਇੰਗਲੈਂਡ, ਕੈਨੇਡਾ ਤੇ ਆਸਟ੍ਰੇਲੀਆ। ਹੁਣ ਇਹ ਦੇਖ ਲਓ, ਆਪਾਂ ਪੰਜਾਬ ਦੀ ਜਿਹੜੀ ਹਾਲਤ ਹੈ, ਪਟਿਆਲੇ 'ਚ ਵੀ ਦੇਖ ਲਓ, ਕਿਸੇ ਸ਼ਹਿਰ ਜਾਓ, ਪਿੰਡ 'ਚ ਲਾ ਲਓ, ਹਰ ਵਕਤ ਆਈਲੈਟਸ। ਹੁਣ ਪੰਜਾਬ ਦੀ ਹਾਲਤ ਇਹ ਹੋ ਗਈ ਹੈ ਕਿ ਤੁਸੀਂ ਕਿਸੇ ਪਿੰਡ ਚਲੇ ਜਾਓ, ਅਨਪੜ੍ਹ ਤੋਂ ਅਨਪੜ੍ਹ ਬਜ਼ੁਰਗ ਔਰਤ ਜਿਹੜੀ ਹੈ, ਕੱਖਣ ਨਹੀਂ ਆਉਂਦਾ, ਉਹਨੂੰ ਪੂਰਾ ਪਤਾ ਵੀ ਆਈਲੈਟਸ ਕੀ ਹੁੰਦਾ ਹੈ, ਆਈਲੈਟਸ ਦੇ ਕਿੰਨੇ ਬੈਂਡ ਹੁੰਦੇ ਆ, ਕੀ ਬੈਂਡ ਨਾਲ ਕੀ। ਹੁਣ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਵੀ ਆਈਲੈਟਸ ਦਾ ਮਤਲਬ ਕੀ ਹੈ। ਸ਼ਾਇਦ ਆਪਾਂ ਰੋਜ਼ ਸੁਣਦੇ ਕਿਤੇ ਪਟਿਆਲੇ 'ਚ ਕਿ 15,000 ਤੋਂ ਵੱਧ ਆਈਲੈਟਸ ਸੈਂਟਰ ਨੇ ਪੰਜਾਬ ਦੇ ਵਿੱਚ। ਪਤਾ ਨਹੀਂ ਕਿੰਨੇ ਕੁ ਸੈਂਕੜਿਆਂ 'ਚ ਪੰਜਾਬ ਇਕੱਲੇ ਪਟਿਆਲੇ ਸ਼ਹਿਰ 'ਚ। ਲੇਕਿਨ ਆਪਾਂ ਕਦੀ ਸੋਚਿਆ ਵੀ ਆਈਲੈਟਸ ਦਾ ਮਤਲਬ ਕੀ ਹੈ? ਕਿਸੇ ਨੂੰ ਪਤਾ? ਆਈਲੈਟਸ ਦਾ ਮਤਲਬ ਹੈ ਇੰਗਲਿਸ਼ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ। ਅੰਗਰੇਜ਼ੀ ਦਾ ਟੈਸਟ ਹੈ। ਇਹ ਹੈ ਖਤਰਾ ਪੰਜਾਬੀ ਨੂੰ। 15,000 ਤੋਂ ਵੱਧ। ਤੁਸੀਂ ਪੰਜਾਬੀ ਕਿੰਨੇ ਸਕੂਲ ਨੇ ਇੱਥੇ? ਪੰਜਾਬੀ ਕਿੰਨੀਆਂ ਇੰਸਟੀਟਿਊਸ਼ਨ ਨੇ? 15,000 ਨਹੀਂ ਹੋ ਸਕਦੇ। ਪੰਜਾਬ ਦੇ ਵਿੱਚ 15,000 ਤੋਂ ਵੱਧ ਜਿਹੜੇ ਉਹ ਅੰਗਰੇਜ਼ੀ ਪੜ੍ਹਨ ਦੇ ਜਿਹੜੇ ਸੈਂਟਰ ਨੇ। ਹਰ ਇੱਕ ਬੱਚਾ ਜਿਹੜਾ ਉਹ ਬੁੜੀ ਜਿਹੜੀ ਆ ਅਨਪੜ੍ਹ ਬੁੱਢੀ ਵੀ ਜਾਣਦੇ ਵੀ ਸਾਡਾ ਭਵਿੱਖ ਜਿਹੜਾ ਅੰਗਰੇਜ਼ੀ ਨਾਲ ਜੁੜਿਆ। ਹਰ ਇੱਕ ਬੱਚਾ ਇਹੀ ਸੋਚਦਾ ਕਿ ਆਈਲੈਟਸ ਪਾਸ ਕਰ ਲਓ, ਮੇਰੇ ਲਈ ਸਭ ਕੁਝ। ਮੇਰੀ ਗਰੀਬ ਪੰਜਾਬੀ ਨੂੰ ਕੌਣ ਪੁੱਛਦਾ? ਕਹਿੰਦੇ ਪੰਜਾਬੀ ਜੋ ਅਸੀਂ ਕੀ ਕਰੀਏ, ਪੰਜਾਬੀ ਦਾ ਰੁਜ਼ਗਾਰ ਹੀ ਨਹੀਂ ਹੈ। ਇਹ ਹੈ ਅੱਜ ਦਾ ਜਿਹੜਾ ਕੌੜਾ ਯਥਾਰਥ। ਤੋ ਇਹ ਜਿਹੜਾ ਖਤਰਾ ਜਿਹੜਾ ਹੈਗਾ ਪੰਜਾਬੀ ਨੂੰ ਅੰਗਰੇਜ਼ੀ ਤੋਂ ਖਤਰਾ ਹੈ। ਹੁਣ ਅਸੀਂ ਕਹਿੰਦੇ ਕਿ ਦੇਖੋ ਜੀ ਇਹ ਕਿਉਂ ਹੈ? ਇੱਕ ਤਾਂ ਮੈਂ ਦੱਸਿਆ ਕਿ ਜਿਹੜਾ ਇੱਕ ਕਾਰਨ ਹੈ ਕਿ ਅੰਗਰੇਜ਼ੀ ਬੋਲਦੀ ਜਿਹੜੀ ਉਹਨਾਂ ਦੀ ਬੋਲਬਾਲਾ ਹੈ ਦੁਨੀਆ। ਦੂਜਾ ਕੀ ਕਾਰਨ ਹੈ? ਦੂਜਾ ਕਾਰਨ ਹੈ ਕਿ ਜਿਹੜਾ ਪੱਛਮੀਕਰਨ ਹੈ, ਵੈਸਟਰਨਾਈਜੇਸ਼ਨ। ਤੁਸੀਂ ਜਿਹੜੀ ਮੇਰੀ ਗੱਲ, ਚਲੋ ਆਪਾਂ ਦੇਖ ਲਓ ਕੁਸ਼ਤੀ ਕਰਕੇ ਸਾਰਾ ਹਿੰਦੁਸਤਾਨ ਘੁੰਮ ਲਓ, ਬਾਹਰ ਨਾ ਜਾਓ ਕਿਤੇ। ਜਿੰਨਾ ਪੰਜਾਬ ਦਾ ਪੱਛਮੀਕਰਨ ਹੋਇਆ, ਮੈਨੂੰ ਕਿਸੇ ਹੋਰ ਸਟੇਟ ਦਾ ਦਿਖਾ ਦਿਓ, ਕਿਸੇ ਹੋਰ ਸਟੇਟ ਦਾ ਦਿਖਾ ਦਿਓ ਕਿਤੇ। ਹੁਣ ਪੰਜਾਬੀ ਬੋਲੀ ਦੀ ਆਪਾਂ ਗੱਲ ਕਰ ਰਹੇ, ਪੰਜਾਬੀ ਬੋਲੀ ਚਲੋ ਇੱਕ ਐਗਜ਼ਾਮਪਲ ਇਹ ਵੀ ਕਿੱਦਾਂ ਸਾਡੀ ਖਤਮ ਹੋ ਰਹੀ ਹੈ। ਅਸੀਂ ਦੇਖੋ ਸਾਡੇ ਕੋਲ ਸੀ ਚਾਚਾ ਸੀ, ਤਾਇਆ ਸੀ, ਫੁੱਫੜ ਸੀ, ਮਾਮਾ ਸੀ, ਮਾਸੜ ਸੀ, ਚਾਚੀ ਸੀ, ਤਾਈ ਸੀ, ਮਾਮੇ, ਭੂਆ, ਸਭ। ਹੁਣ ਕੀ ਰਹਿ ਗਿਆ? ਸਭ ਦੀ ਛੁੱਟੀ ਹੋ ਗਈ, ਇੱਕ ਅੰਕਲ ਤੇ ਇੱਕ ਆਂਟੀ। ਫਿਰ ਸਾਡਾ ਜਿਹੜਾ ਤੁਸੀਂ ਬਾਕੀ ਜਾ ਕੇ ਦੇਖੋ, ਬਾਕੀ ਹਿੰਦੁਸਤਾਨ 'ਚ ਨਹੀਂ ਹੋਇਆ। ਬਾਕੀ ਹਿੰਦੁਸਤਾਨ ਨਾਲ ਲੱਗਦੇ ਸਟੇਟ 'ਚ ਨਹੀਂ ਹੋਇਆ। ਦੂਰ ਜਾਣ ਦੀ ਲੋੜ ਨਹੀਂ, ਹਰਿਆਣੇ ਹਿਮਾਚਲ ਦੇਖ ਲਓ ਜਾ ਕੇ, ਉੱਥੇ ਇਹ ਅੰਕਲ ਆਂਟੀ ਸੱਭਿਆਚਾਰ ਨਹੀਂ ਆਇਆ ਇਸ ਹੱਦ ਦਾ ਜਿਹੜਾ ਪੰਜਾਬ 'ਚ। ਦੂਜੀ ਚੀਜ਼ ਪਹਿਰਾਵਾ ਦੇ। ਹੁਣ ਪੰਜਾਬੀ ਬੋਲੀ 'ਚ ਕੀ ਹੈ? ਪੰਜਾਬੀ ਬੋਲੀ ਦੇ ਜਿਹੜਾ ਕੁੜੀਆਂ ਦੀ ਕਿਹਦੀ ਗੱਲ ਹੈ? ਦੁਪੱਟੇ ਦੀ ਗੱਲ ਹੈ, ਉਹਦੀ ਲਹਿੰਗੇ ਦੀ ਗੱਲ ਹੈ, ਉਹਦੀ ਸਰਗੀ ਦੀ ਗੱਲ ਹੈ, ਲੌਂਗ ਦੀ ਗੱਲ ਹੈ। ਤੇ ਹੁਣ ਰਿਐਲਿਟੀ ਕੀ ਹੈ? ਇਹ ਸਭ ਕਾਲਜ ਕਿਸੇ ਪਰਮਵੀਰ ਜੀ ਬੈਠੇ ਯੂਨੀਵਰਸਿਟੀ, ਕਿੰਨੇ ਕੇ ਦੁਪੱਟੇ, ਕਿੰਨੇ ਜੋ ਰਿਐਲਿਟੀ ਹੈ ਪੰਜਾਬ ਦੀ ਜੀਣਾ। ਇਹ ਹੈ ਨਾ ਸਾਡੀ ਬੋਲੀ ਰਹਿ ਰਹੀ ਹੈ, ਨਾ ਸਾਡਾ ਸੱਭਿਆਚਾਰ ਬਚ ਰਿਹਾ। ਫਿਰ ਆਈ ਪੰਜਾਬੀ ਬੋਲੇ ਕਹਿੰਦੇ ਸੂਏ ਚੀਰੇ ਪਾਇਆ, ਪੱਗ ਦਸਤਾਰ ਦੀ ਇੰਨੀ ਇੱਜ਼ਤ ਹੈ। ਮੈਂ ਤਾਂ ਰਿਐਲਿਟੀ ਦੱਸਦਾ ਵੀ ਕੀ ਹੈ। ਰਿਐਲਿਟੀ ਕੀ ਹੈ?
ਰਿਐਲਿਟੀ ਇਹ ਹੈ ਕਿ ਅੱਜ ਕੋਈ ਵੀ ਪੰਜਾਬ ਦੀ ਕੁੜੀ ਪੱਗ ਵਾਲੇ ਨਾਲ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੀ। ਪੜ੍ਹ ਕੇ ਦੇਖ ਲਓ, ਮੈਂ ਨਹੀਂ ਕਹਿ ਰਿਹਾ, ਅਖਬਾਰ ਦੇ ਨॉन ਟਰਬਨ ਕਲੀਨ ਸ਼ੇਵਨ ਬॉय 90% ਨਾ ਦੇਖ। ਤੇ ਫਿਰ ਅਸੀਂ ਇਹ ਜਿਹੜੀ ਸੱਚ ਹੈ ਇਹ ਕਿਉਂ ਹੈ? ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਵਿਸ਼ਵ ਪੰਜਾਬ ਜਿਹੜਾ ਪੱਛਮੀਕਰਨ ਵੈਸਟਰਨਾਈਜੇਸ਼ਨ। ਮੈਂ ਤੁਹਾਨੂੰ ਇੱਕ ਦਰਦੀ ਸਾਹਿਬ ਇੱਕ ਬੜੇ ਵੱਡੇ ਪੱਤਰਕਾਰ, ਸ਼ਾਇਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਜਾਣਦੇ, ਚਲੋ ਮੈਂ ਨਾਂ ਨਹੀਂ ਲਵਾਂਗਾ, ਉਹਨੇ ਮੈਨੂੰ ਦੱਸਿਆ, ਕਹਿੰਦੇ ਕਿ ਮੈਂ ਪੰਜਾਬ ਤੋਂ ਬੰਬੇ ਵਿੱਚ ਸੀ। ਉਹ ਕਹਿੰਦੇ ਸਾਡੇ ਸਾਰੇ ਪਰਿਵਾਰ ਜਿਹੜਾ ਹੈ ਉਹ ਪੰਜਾਬ ਤੋਂ ਬਾਹਰ ਵਸਿਆ ਹੋਇਆ, ਕੋਈ ਕਦੀ ਪੰਜਾਬ 'ਚ ਨਹੀਂ ਆ ਕੇ ਵਸਿਆ, ਮੈਂ ਪਹਿਲੀ ਵਾਰੀ ਪੰਜਾਬ ਆਈ। ਕਹਿੰਦੇ ਸਾਡੇ ਪਰਿਵਾਰ 'ਚ ਕਦੇ ਕਿਸੇ ਨੇ ਕੇਸ ਨਹੀਂ ਕਟਾਇਆ। ਕਹਿੰਦੇ ਜਦ ਮੈਂ ਇੱਥੇ ਆਈ ਮੇਰੇ ਦੋਨੋਂ ਮੁੰਡਿਆਂ ਨੇ ਕੇਸ ਕਟਾ ਦਿੱਤੇ। ਇਹ ਜਿਹੜੀ ਚੀਜ਼ ਹੈ ਆ ਹੈ ਪੰਜਾਬ, ਇਹ ਹੈ ਪੰਜਾਬ ਦਾ ਯਥਾਰਥ। ਤਾਂ ਇਹ ਜਿਹੜਾ ਕਿ ਕਿਉਂ ਹੋ ਰਿਹਾ ਕਿ ਅਸੀਂ ਜਿਹੜਾ ਪੱਛਮੀਕਰਨ। ਅੱਛਾ, ਫਿਰ ਅਸੀਂ ਕਹਿੰਦੇ ਜੀ ਵਿਦੇਸ਼ਾਂ 'ਚ ਬਹੁਤ ਕਹਿੰਦੇ ਪੰਜਾਬੀ ਸੱਭਿਆਚਾਰ ਬੜਾ ਪ੍ਰਫੁੱਲਤ ਹੋ ਰਿਹਾ। ਹੁਣ ਪ੍ਰਫੁੱਲਤ ਤਾਂ ਇੱਥੇ ਵੀ ਹੋ ਰਿਹਾ। ਜੇ ਤੁਸੀਂ ਉਹਨੂੰ ਕਹੋ ਸੱਭਿਆਚਾਰ, ਕਿ ਜਿੱਥੇ ਦੇਖੋ ਕੋਈ ਵਿਆਹ ਹੁੰਦਾ ਭੰਗੜੇ, ਜਿੱਥੇ ਕਦੇ ਉੱਥੇ ਕਦੇ ਗਿੱਧੇ ਪੈ ਰਹੇ, ਕਦੇ ਕੁਝ ਹੋ ਰਿਹਾ, ਲੇਕਿਨ ਇਹ ਸਾਰਾ ਸਟੇਜ ਦਾ ਸ਼ੋਅ ਹੈ। ਕੋਈ ਬਾਤ ਨਾ ਕੋਈ ਉਹਨੇ ਕਿਸੇ ਨੇ ਪੰਜਾਬੀ 'ਚ ਗੱਲ ਨਹੀਂ ਕਰਨੀ, ਸਵਾਏ ਅੰਗਰੇਜ਼ੀ ਤੋਂ। ਉਹ ਜਿਹੜੇ ਭੰਗੜਾ ਪਾਉਂਦੇ, ਜਿਹੜੀਆਂ ਕੁੜੀਆਂ ਗਿੱਧਾ ਪਾ ਰਹੀਆਂ ਨੇ, ਜਦੋਂ ਉੱਥੋਂ ਸਟੇਜ ਤੋਂ ਉਹਦਾ ਸ਼ੋਅ ਖਤਮ ਹੋਇਆ, ਉੱਥੇ ਹੀ ਉਹਨਾਂ ਦੇ ਜਿਹੜੀ ਉਹ ਸਾਰੀਆਂ ਗੱਲਾਂ ਉਹਦੇ ਨਾਲ ਹੀ ਝਾੜਤੀਆਂ। ਬਾਅਦ 'ਚ ਉਹਨਾਂ ਨੇ ਇੱਕ ਲਫ਼ਜ਼ ਪੰਜਾਬੀ ਦਾ ਬੋਲਣਾ ਨਹੀਂ। ਤਾਂ ਹੁਣ ਏਦਾਂ ਹੀ ਵਿਦੇਸ਼ਾਂ ਸਾਡੇ ਕਈ ਚਿੰਤਕ ਵੀ ਜਾਂਦੇ, ਕਈ ਪੱਤਰਕਾਰ ਵੀ, ਉੱਥੇ ਬੜੀ ਕੈਨੇਡਾ 'ਚ ਬੜੀ ਪੰਜਾਬੀ, ਉਹ ਮੈਂ ਕਿਹਾ ਭਾਈ ਮੈਂ ਤਾਂ 40 ਸਾਲ ਰਹਿ ਕੇ ਦੇਖਿਆ ਇਹ ਸਾਰਾ। ਉੱਥੇ ਜਾ ਕੇ ਜਦੋਂ ਬੜੇ ਸਟੇਜਾਂ ਤੇ ਭੰਗੜੇ ਪਾਏ ਜਾਂਦੇ, ਗਿੱਧੇ ਪਾਏ ਜਾਂਦੇ, ਲੇਕਿਨ ਬੋਲੀ ਦੀ ਗੱਲ ਹੈ। ਆਪਾਂ ਕਹਿੰਦੇ ਸੱਭਿਆਚਾਰ ਜਿਹੜਾ ਬੋਲੀ ਨਾਲ। ਜਿੰਨੇ ਪੰਜਾਬੀ ਕੈਨੇਡਾ 'ਚ ਵਸਦੇ ਆ, ਅਮਰੀਕਾ 'ਚ ਵਸਦੇ ਆ, ਉਹਨਾਂ ਦੇ ਜਾ ਕੇ ਉਹਨਾਂ ਦੇ ਅੱਗੇ ਬੱਚਿਆਂ ਨੂੰ ਦੇਖੋ ਕਿਹੜੀ ਬੋਲੀ ਬੋਲ ਰਿਹਾ, ਕਿਹੜੀ ਬੋਲੀ। ਉਹ ਪਹਿਲੇ ਬਹੁਤ ਉਹਨਾਂ ਦਾ ਪੰਜਾਬੀ ਦਾ ਅੱਖਰ ਵੀ ਨਹੀਂ ਆਉਂਦਾ। ਜੇ ਕਿਸੇ ਨੂੰ ਆਉਂਦਾ ਉਹ ਕਹਿੰਦੇ ਆਈ ਕੈਨ ਅੰਡਰਸਟੈਂਡ ਪੰਜਾਬੀ ਬਟ ਆਈ ਕੈਨ ਨਾਟ ਸਪੀਕ। ਜੇ ਕਿਤੇ ਤੁਹਾਨੂੰ ਤੀਜੀ ਜਨਰੇਸ਼ਨ ਦਾ ਕੋਈ ਬੰਦਾ ਮਿਲ ਜਾਏ, ਮੇਰਾ ਦਾਅਵਾ ਜੇ ਤੁਸੀਂ ਪਛਾਣ ਵੀ ਜਾਓ ਦਰਦੀ ਸਾਹਿਬ ਤੇ ਇਹ ਪੰਜਾਬੀ ਮੂਲ ਦੇ ਲੋਕ ਹੈ। ਤਾਂ ਇਹ ਜਿਹੜੀ ਚੀਜ਼ ਹੈ, ਇਹ ਬੋਲੀ ਜਿਹੜੀ ਹੈਗੀ, ਇਹ ਜਿਹੜਾ ਅਸੀਂ ਭਰਮ ਪਾਲ ਰਹੇ ਹਾਂ ਤੇ ਸਾਡੇ ਜਿਹੜੇ ਸੱਭਿਆਚਾਰ ਸਾਡਾ ਜਿਹੜਾ ਇਹ ਫੈਲ ਰਿਹਾ, ਇਹ ਕੋਈ ਬਿਲਕੁਲ ਇਹ ਸਾਡੀ ਗਲਤ ਫਹਿਮੀ ਹੈ। ਇਹ ਸੱਚ ਸਾਡੇ ਕੌੜਾ ਜਿਹੜਾ ਸਾਹਮਣੇ ਆਏਗਾ। ਅਸੀਂ ਤਾਂ ਇੰਨੇ ਮਤਲਬ ਜ਼ਾਲਮ ਹੋ ਗਏ ਸੀ ਆਪਣੇ ਸੱਭਿਆਚਾਰ ਪ੍ਰਤੀ, ਤੇ ਅਸੀਂ ਬੰਦਿਆਂ ਨੂੰ ਤਾਂ ਕੀ ਛੱਡਿਆ, ਅਸੀਂ ਤਾਂ ਦਰਖਤਾਂ ਨੂੰ ਨਹੀਂ ਛੱਡਿਆ। ਹੁਣ ਮੈਂ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਆ ਜਿਹੜੀ ਗੱਲ ਹੋਈ ਸੀ, ਹੁਣੇ ਮੈਂ ਆਇਆ ਉੱਥੋਂ ਨਾ, ਮਤਲਬ ਰਵਿਦਾਸ ਜੀ ਦੇ ਜਿਹੜਾ ਇੱਕ ਇੰਟਰਨੈਸ਼ਨਲ ਸੈਮੀਨਾਰ ਸੀ, ਉਹਦੇ 'ਚ ਮੈਨੂੰ ਦੋਨਾਂ ਜਿਹੜੀ ਇਹ ਬੜੀ ਵਿਲੱਖਣ ਦੀ ਚੀਜ਼ ਹੈ ਕਿ ਮੈਨੂੰ ਇਨੈਗੁਰਲ ਸੈਸ਼ਨ 'ਚ ਪ੍ਰੈਜ਼ਾਈਡ ਕੀਤਾ ਔਰ ਐਕੈਡੈਮਿਕ ਸੈਸ਼ਨ 'ਚ। ਹੁਣ ਮੈਂ ਯੂਨੀਵਰਸਿਟੀ ਦੀ ਉੱਥੇ ਜਾ ਕੇ ਪਹਿਲੀ ਗੱਲ ਜਦੋਂ ਪੰਜਾਬ ਉੱਥੇ ਮੈਂ ਗਿਆ, ਜਿਹੜੀ ਯੂਨੀਵਰਸਿਟੀ ਮੈਂ ਪਹਿਲਾਂ ਵੀ ਦੇਖੀ ਸੀ, ਲੇਕਿਨ 50 ਸਾਲ ਹੋ ਗਏ ਸੀਗੇ, ਹੁਣ ਦੁਬਾਰਾ ਮੈਨੂੰ ਜਾਣ ਦਾ ਮੌਕਾ। ਬੜੇ ਸਾਨੂੰ ਉਹਨਾਂ ਨੇ ਬੜੇ ਅੱਛੇ ਜੋ ਐਲਡੀ ਉਹਨਾਂ ਦਾ ਜਿਹੜਾ ਗੈਸਟ ਹਾਊਸ ਹੈ, ਪਰਮਵੀਰ ਨੂੰ ਤਾਂ ਜਾਣਦੇ, ਜਿਹੜਾ ਸਭ ਤੋਂ ਉਹਨਾਂ ਦਾ ਵੱਡੇ ਬੰਦਿਆਂ ਨੂੰ, ਜਦੋਂ ਅਸੀਂ ਸਾਡੇ ਮੇਰੇ ਵਰਗੇ ਛੋਟੇ ਨੂੰ ਵੀ ਠਹਿਰਾਤਾ ਉੱਥੇ। ਚਲੋ ਖੈਰ, ਪਰ ਜਿਹੜੀ ਵੱਖਰੀ ਗੱਲ ਹੈ ਉੱਥੇ ਕਿ ਸਾਰੇ ਜਿਹੜੇ ਦਰਖਤ ਹੈ, ਇੰਨੇ ਦਰਖਤ ਨੇ, 3000 ਏਕੜ ਦੇ ਵਿੱਚ ਫੈਲੀ ਹੋਈ ਯੂਨੀਵਰਸਿਟੀ, ਔਰ ਇੰਨੇ ਦਰਖਤ ਕਿਤੇ ਨਹੀਂ ਫੈਲੇ, ਪਰ ਸਾਰੇ ਦੇ ਸਾਰੇ ਦਰਖਤ ਦੇਸੀ ਹੈ। ਨਿੰਮਾ ਹੈ, ਪਿੱਪਲ ਹੈ, ਬੋੜ ਹੈ, ਜਾਂ ਅੰਬਾਂ ਦੇ ਅੰਬ। ਹੁਣ ਆਪਣੀਆਂ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਦੇਖ ਲਓ, ਪੰਜਾਬੀ ਯੂਨੀਵਰਸਿਟੀ, ਸਾਰੇ ਕੋਈ ਵਿਚਾਰੇ ਸਾਡੇ ਦੇਸੀ ਦਰਖਤਾਂ ਨੂੰ ਵੀ ਜਿਹੜਾ ਇੰਨਾ ਸਾਡਾ ਸੱਭਿਆਚਾਰ ਨਾਲ ਪੰਜਾਬੀ ਯੂਨੀਵਰਸਿਟੀ ਨੂੰ ਪਿਆਰ ਹੈ, ਮਾਫ ਕਰਨਾ, ਅਸੀਂ ਆਪਣੇ ਦਰਖਤ ਵੀ ਜਿਹੜੇ ਪੰਜਾਬੀ ਉਹਨਾਂ ਨੂੰ ਥਾਂ ਨਹੀਂ ਦੇ ਸਕਦੇ। ਸਾਰੇ ਦਰਖਤ ਕੀ ਹੈ, ਜਾਂ ਸਫੈਦਾ ਲਾਤਾ, ਜਾਂ ਅਸੀਂ ਪਾਪੂਲਰ ਲਾਤੇ, ਜਾਂ ਸਾਸੇ ਦੀ ਟ੍ਰੀ ਲਾਤੇ। ਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾ ਕੇ ਦੇਖੋ, ਫਲਾਵਰਿੰਗ ਚੈਰੀਜ਼ ਤੇ ਦੂਜੇ ਦਰਖਤ, ਇੱਕ ਵੀ ਦੇਸੀ ਦਰਖਤ ਉਹਨਾਂ ਨੇ ਨਹੀਂ ਲਾਇਆ। ਇਹ ਦਰਖਤ ਸਾਡੇ ਨਹੀਂ। ਦੇਖੋ ਤੁਸੀਂ ਪੰਜਾਬੀ ਬੋਲੀ ਦੇ ਵਿੱਚ ਕਿਤੇ ਜਦੋਂ ਫੋਕ ਲੋਰ 'ਚ ਦੇਖੋ, ਪਿੱਪਲਾਂ ਦੀ ਗੱਲ ਹੈ, ਬੋੜਾਂ ਦੀ ਗੱਲ ਹੈ, ਟਾਹਲੀਆਂ ਦੀ ਗੱਲ ਹੈ, ਤੂਤਾਂ ਦੀ ਗੱਲ ਹੈ, ਕਿੱਕਰਾਂ ਦੀ ਗੱਲ ਹੈ, ਜੰਡਾਂ ਦੀ ਗੱਲ ਹੈ। ਇਹ ਜੇ ਤੁਸੀਂ ਬੋਲੇ ਨੂੰ ਸੱਭਿਆਚਾਰ ਨੂੰ ਕਿੱਦਾਂ ਲੈਦਾ ਕਰੋਗੇ? ਹੁਣ ਸਾਡੇ ਜਿਹੜੇ ਬੱਚੇ, ਇਹਨਾਂ ਨੂੰ ਜੰਡ ਪਤਾ ਲੱਗੇਗਾ, ਇਹਨਾਂ ਨੂੰ ਕਰੀਰ ਪਤਾ ਲੱਗੇਗਾ, ਢੱਕ ਪਤਾ ਲੱਗੇਗਾ,
ਇਹਨਾਂ ਨੂੰ ਯੂਕਲਿਪਟਸ ਵਾਲਾ ਪਾਪੂਲਰ ਟ੍ਰੀ ਪਤਾ ਲੱਗੇਗਾ। ਅਸੀਂ ਤਾਂ ਆਪਣੇ ਸੱਭਿਆਚਾਰ ਦੇ ਜੜ੍ਹਾਂ ਵੱਢ ਰਹੇ। ਤਾਂ ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਮਤਲਬ ਜਿਹੜੇ ਮੈਂ ਪਹਿਲਾਂ ਹੀ ਕਹਿ ਮਾਫ ਕਰਨਾ, ਮੈਂ ਮਤਲਬ ਇਹਨਾਂ ਨੇ ਮਿੱਠੀ ਗੱਲ ਕੀਤੀ, ਮੈਂ ਉਹਦਾ ਬੈਲੈਂਸ ਥੋੜੇ ਜਿਹਾ ਕਰ ਲਿਆ, ਇਹ ਵੀ ਜ਼ਰੂਰੀ ਸੀ। ਬਹੁਤ ਬੜੀ ਗੱਲ ਹੈ, ਬਹੁਤ ਵਧੀਆ ਸੱਚ ਹੈ, ਇਹ ਬਹੁਤ ਜ਼ਰੂਰੀ ਹੈ। ਤਾਂ ਹੁਣ ਜਿਹੜੀ ਗੱਲ ਹੈ ਕਿ ਸਾਡਾ ਜਿੱਥੇ ਗੱਲ ਸਾਡੀ ਮਿਲ ਜਾਣੀ ਹੈ, ਦੇਖੋ ਗੱਲ ਇਹ ਹੁੰਦੀ ਹੈ, ਮੈਂ ਕਹਿੰਦਾ ਨਾ ਕਨਵਰਜੈਂਸ ਡਾਇਵਰਜੈਂਸ ਕਨਵਰਜੈਂਸ, ਇਦਾਂ ਵੀ ਅਸੀਂ ਪਹਿਲਾਂ ਪੁਆਇੰਟ ਆਫ ਯੂਨਿਟੀ, ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਹੈ, ਪਹਿਲਾਂ ਤੁਸੀਂ ਇਕੱਠੇ ਹੋ ਤੇ ਤੁਹਾਡੀ ਜਿਹੜੀ ਭਾਵਨਾ ਇਹ ਹੋਣੀ ਚਾਹੀਦੀ ਹੈ ਵੀ ਆਪਾਂ ਕੋਈ ਕਾਮਨ ਪੁਆਇੰਟ ਲੱਭਣਾ, ਸਾਂਝ ਲੱਭਣੀ ਹੈ। ਤਾਂ ਉੱਥੇ ਫਿਰ ਤੁਸੀਂ ਹੋਏ ਇਕੱਤਰ ਮਿਲ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਲੇਕਿਨ ਦੁਬਦਾ ਤਾਂ ਹੈ ਨਾ, ਇਕੱਠੇ ਤਾਂ ਹੀ ਹੋਏ ਦੁਬਦਾ ਦੂਰ। ਇਹਦਾ ਮਤਲਬ ਦੁਬਦਾ ਦਾ ਮਤਲਬ ਹੈ ਕਿ ਵਾਕਈ ਦੋ ਰਾਏ ਹੈਗੀਆਂ। ਤਾਂ ਇਹ तो इस करके दूसरी राय ये भी मैं दे रहा, लेकिन अखीर च की है गुरु साहब कह रहे हैं कि होए कर मिल मेरे भाई दुबदा दूर करो लिवलाई। हुण आपां ये जिहड़ा अखीर दा भी दुबदा दूर करनी है, और दुबदा दूर कित्थों होनी है कि आखिर हल की है, पंजाबी बोली दा भविख की है, पंजाबी बोली नूं बचाया किदां जा सकदा, उत्थे जाके असीं इकट्ठे होना। अगर बचदी है पंजाबी सभ्याचार बचदा, पंजाबी बोली बचदा, इक्को एक साधन है कि सिख सभ्याचार ਨੂੰ ਬਚਾਇਆ ਜਾਵੇ। ਹੁਣ ਤੁਸੀਂ ਕੋ ਸਿੱਖ ਸਭਿਆਚਾਰ ਤੋਂ ਮੇਰਾ ਮਤਲਬ ਸਿੱਖਾਂ ਦਾ ਸਭਿਆਚਾਰ ਨਹੀਂ ਹੈ। ਸਿੱਖ ਸਭਿਆਚਾਰ ਦਾ ਮਤਲਬ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਜਿਹੜੇ ਹੈ ਲੋਕਾਂ ਦਾ ਸਭਿਆਚਾਰ, ਬਹੁਤ ਅੱਛਾ, ਗੁਰਮਤਿ ਸਭਿਆਚਾਰ, ਗੁਰਮਤਿ ਸਭਿਆਚਾਰ। तो ਇਹ ਹੈ ਹੱਲ ਕਿ ਅਸੀਂ ਜਿਹੜਾ ਹੈ, ਜੇ ਸਾਡਾ ਭਵਿੱਖ ਹੈ, ਜੇ ਸਾਡੀ ਪੰਜਾਬੀ ਬੋਲੀ ਦਾ ਭਵਿੱਖ ਹੈ, ਜੇ ਸਾਡਾ ਮਤਲਬ ਜੇ ਲੋਕਾਂ ਦਾ, ਜੇ ਸਾਡੇ ਸੱਭਿਆਚਾਰ ਦਾ ਭਵਿੱਖ ਹੈ, ਇਹੀ ਚੀਜ਼ ਹੈ ਕਿ ਅੱਜ ਪੰਜਾਬ 'ਚ ਹੋਇਆ ਕੀ ਹੈ, ਜਿਹੜੀ ਪੰਜਾਬ ਦੀ ਸਮੱਸਿਆ ਕੀ ਹੋਈ ਹੈ। ਕਿ ਪੰਜਾਬ ਦੀ ਸਮੱਸਿਆ ਜਿਹੜੀ ਹੈ, ਪਹਿਲੀ ਜਿਹੜੀ ਹੈ ਸਭ ਤੋਂ ਵੱਡੀ, ਕਿ ਪੰਜਾਬ ਜਿਹੜਾ ਬੌਧਿਕ ਤੌਰ ਤੇ ਦਿਵਾਲੀਆ ਹੋ ਗਿਆ, ਇੰਟੈਲੈਕਚੁਅਲ ਬੈਂਕਰਪਸੀ ਹੋਈ ਹੈ। ਇੰਟੈਲੈਕਚੁਅਲ ਬੈਂਕਰਪਸੀ ਹੋਈ ਹੈ ਹਰੇ ਇਨਕਲਾਬ ਤੋਂ ਬਾਅਦ, ਜਿਹੜਾ ਉਜੜਵਾਦ ਸਾਡੇ ਤੇ ਭਾਰੂ ਹੋ ਗਿਆ, ਤੇ ਉਹਨੇ ਸਾਨੂੰ ਜਿਹੜਾ ਸਾਡੀ ਬੌਧਿਕਤਾ ਨੂੰ ਖਤਮ ਕਰਤਾ। ਜਦੋਂ ਬੌਧਿਕਤਾ ਖਤਮ ਹੁੰਦੀ ਹੈ, ਦੂਜੀ ਸਟੇਜ ਕੀ ਆਉਂਦੀ ਹੈ, ਨੈਤਿਕਤਾ ਖਤਮ ਹੋ ਜਾਂਦੀ ਹੈ। ਤਾਂ ਇੰਟੈਲੈਕਚੁਅਲ ਬੈਂਕਰਪਸੀ ਹੈਜ਼ ਲੈਡ ਟੂ ਐਥੀਕਲ ਐਂਡ ਮੋਰਲ ਬੈਂਕਰਪਸੀ। ਤਾਂ ਉਹਦਾ ਜਿਹੜਾ ਹੱਲ ਹੈ ਇਸੇ ਆਰਡਰ 'ਚ ਹੋਣਾ ਕਿ ਅਸੀਂ ਜਿਹੜਾ ਬੌਧਿਕਤਾ ਨੂੰ ਰਿਵਾਈਵ ਕਰੀਏ, ਬੌਧਿਕਤਾ ਨੂੰ ਰਿਵਾਈਵ। ਮੇਰਾ ਖਿਆਲ ਪਰਸੋਂ ਹੀ ਸੀਗਾ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦੇ, ਤਾਂ ਪ੍ਰੋਫੈਸਰ ਪੂਰਨ ਸਿੰਘ ਹੁਣੀ ਸਾਨੂੰ ਦੱਸ ਰਿਹਾ ਪੰਜਾਬ ਜਿਉਂਦਾ ਗੁਰਾਂ ਦੇ ਨਾਲ। ਹੁਣ ਇਹ ਜਿੱਥੇ ਜਿਉਂਦਾ ਦਾ ਮਤਲਬ ਇਹ ਨਹੀਂ ਕਿ ਜਿਸਮਾਨੀ ਤੌਰ ਤੇ ਪੰਜਾਬ ਜਿੰਦਾ ਹੈ, ਇਹ ਜਿਹੜਾ ਨੈਤਿਕ ਤੌਰ ਤੇ, ਸੱਭਿਆਚਾਰ ਸਦਾਚਾਰਕ ਤੌਰ ਤੇ ਪੰਜਾਬ ਦਾ ਜਿਹੜੀ ਨੈਤਿਕਤਾ ਹੈ ਉਹ ਵੀ ਸਿੱਖ ਨੈਤਿਕਤਾ ਹੈ। ਸਿੱਖ ਨੈਤਿਕਤਾ ਦਾ ਮਤਲਬ ਕੀ ਹੈ, ਉਹੀ ਗੱਲ ਕਿ ਗੁਰੂ ਦੇ ਜਿਹੜੇ ਸਿੱਖਿਆ ਤੇ ਚੱਲਣ ਵਾਲੇ ਲੋਕਾਂ ਦੀ ਨੈਤਿਕਤਾ ਹੈ। ਔਰ ਇਹ ਜਿਹੜੀ ਸਿੱਖ ਨੈਤਿਕਤਾ ਉਹ ਕਈ ਕਹਿੰਦੇ ਇਹ ਫਿਰਕੂ ਹੈ ਜੀ, ਇਹਦਾ ਤੁਸੀਂ ਗੱਲ ਕਹਿੰਦੇ, ਫਿਰਕੂ ਨਹੀਂ ਹੈ। ਇਸ ਤੋਂ ਜ਼ਿਆਦਾ ਕੋਈ ਸੈਕੂਲਰ ਹੋ ਹੀ ਨਹੀਂ ਸਕਦੀ, ਇਸ ਤੋਂ ਜ਼ਿਆਦਾ ਦੁਨੀਆ ਜੋ ਸੈਕੂਲਰ ਸਿੱਖ ਨੈਤਿਕਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ, ਜੇ ਅਸੀਂ ਕਹੀਏ ਕਿ ਸਿਰਫ ਸਿੱਖਾਂ ਦੇ ਗ੍ਰੰਥ ਹੈ ਤੇ ਸਾਡੇ ਵਰਗਾ ਕੋਈ ਮੂਰਖ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਸਾਰੀ ਮਾਨਵਤਾ ਦੇ ਕਲਿਆਣ ਦੇ ਗ੍ਰੰਥ ਨੇ। ਉਹਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਜਦੋਂ ਗੱਲ ਕੀਤੀ ਹੈ, ਕਿਸੇ ਵੀ ਇੱਕ ਵਰਗ, ਕਿਸੇ ਇੱਕ ਖਿੱਤੇ, ਕਿਸੇ ਤੱਕ ਸੀਮਿਤ ਨਹੀਂ ਹੈ, ਉਹ ਸਾਰੇ ਬ੍ਰਹਮੰਡ ਨੂੰ ਜਿਹੜੇ ਸੰਬੋਧਿਤ ਹੋ ਰਹੇ ਹੈ। ਤਾਂ ਗੁਰੂ ਗ੍ਰੰਥ ਸਾਹਿਬ ਦੇ ਦੋ ਥੰਮ ਹੈ, ਦੋ ਥੰਮ, ਯੂਨੀਵਰਸਲ ਕੰਸਰਨ, ਯੂਨੀਵਰਸਲ ਵੈਲਫੇਅਰ, ਸਾਰਿਆਂ ਦੀ ਚਿੰਤਾ, ਸਰਬੱਤ ਦਾ ਭਲਾ। ਹੁਣ ਜਿਹੜਾ ਫਲਸਫਾ ਸਾਰਿਆਂ ਦੀ ਚਿੰਤਾ ਔਰ ਸਰਬੱਤ ਦਾ ਭਲਾ ਚਾਹੁੰਦਾ, ਉਹ ਕਿਸ ਤਰ੍ਹਾਂ ਫਿਰਕੂ ਹੋ ਸਕਦਾ ਹੈ। ਤਾਂ ਗੁਰੂ ਗ੍ਰੰਥ ਸਾਹਿਬ ਕੀ ਹੈ, ਉਹ ਮੇਰੀ ਡੈਫੀਨੇਸ਼ਨ ਕਿ ਜਿਹੜੀਆਂ ਯੂਨੀਵਰਸਲ ਹਿਊਮਨ ਵੈਲਿਊਜ਼, ਵਿਆਪਕ ਕਦਰਾਂ ਕੀਮਤਾਂ ਦੇ ਸੋਮੇ ਹੈ ਗੁਰੂ ਗ੍ਰੰਥ ਸਾਹਿਬ। ਤਾਂ ਇਸ ਕਰਕੇ ਸਾਨੂੰ ਕੀ ਡਰ ਹੈ ਕਿ ਇਹ ਕੋਈ ਕਹੇਗਾ ਜੀ ਇਹ ਤਾਂ ਫਿਰਕੂ ਕਿੱਦਾਂ ਹੋਏਗਾ, ਚਾਹੇ ਹਿੰਦੂ ਹੈ ਜਾਂ ਮੁਸਲਮਾਨ ਹੈ, ਚਾਹੇ ਦੁਨੀਆ ਦੇ ਕਿਤੇ। ਮੈਂ ਇਕੱਲਾ ਨਹੀਂ ਕਹਿ ਰਿਹਾ, ਮੈਂ ਥੋੜੀ ਜਿਹੀ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਟਾਈਮ ਕਾਫੀ ਹੈ। ਮੈਂ ਤੁਹਾਨੂੰ ਇਹ ਦੱਸਦਾ ਕਿ ਮੈਂ ਨਹੀਂ ਕਹਿ ਰਿਹਾ, ਜਿਹੜਾ ਬਰਟਨ ਰਸਲ ਹੈ ਅੱਜ ਦੇ ਸਭ ਤੋਂ ਅਜੋਕੇ ਯੁੱਗ ਦਾ ਸਭ ਤੋਂ ਵੱਡਾ ਫਿਲਾਸਫਰ, ਉਹਨੇ ਕੀ ਕਿਹਾ, ਉਹ ਕਹਿੰਦਾ ਅਗਰ ਇਹ ਦੁਨੀਆ ਤਬਾਹ ਹੋ ਜਾਂਦੀ ਹੈ ਤੇ ਸਿੱਖਾਂ ਦਾ ਕਸੂਰ ਹੈ। ਉਹ ਕਹਿੰਦਾ ਕਿਉਂ, ਉਹ ਕਹਿੰਦਾ ਇਹਨਾਂ ਕੋਲੋਂ ਫਲਸਫਾ ਸੀ ਜਿਹਦੇ ਨਾਲ ਦੁਨੀਆ ਬਚ ਸਕਦੀ ਸੀ, ਇਹਨਾਂ ਨੇ ਦੱਸਿਆ ਨਹੀਂ। ਦੂਸਰੀ ਚੀਜ਼,
ਗੈਂਬੀ ਜਿਹੜਾ ਹੈ ਅੱਜ ਦੀ ਦੁਨੀਆ ਦਾ ਸਭ ਤੋਂ ਵੱਡਾ ਇਤਿਹਾਸਕਾਰ ਹੈ, ਜਿਹਨੇ ਹਿਸਟਰੀ ਆਫ ਸਿਵਲਾਈਜੇਸ਼ਨ ਲਿਖੀ, ਸਭਿਅਤਾਵਾਂ ਦਾ ਇਤਿਹਾਸ। ਔਰ ਉਹ ਕੀ ਕਨਕਲੂਡ ਕਰਦਾ ਹੈ ਕਿ ਅਗਰ ਦੁਨੀਆ ਬਚੇਗੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੇ ਬਚੇਗੀ। ਤੀਸਰੀ ਚੀਜ਼ ਕਿ ਪਰਲ ਬਕ ਅਮਰੀਕਨ ਜਿਹੜੀ ਹੈ ਲਿਖਾਰੀ ਹੈ, ਜਿਸ ਨੂੰ ਜਿਹੜਾ ਨੋਬਲ ਪ੍ਰਾਈਜ਼ ਮਿਲਿਆ, ਉਹਦਾ ਜਿਹੜਾ ਗੁੱਡ ਅਰਥ ਨਾਵਲ ਹੈ। ਪਰਲ ਬਕ ਕੌਣ ਹੈ? ਪਰਲ ਬਕ ਦਾ ਪਿਓ ਈਸਾਈ ਪਾਦਰੀ ਹੈ ਔਰ ਉਹਨੂੰ ਚਾਈਨਾ ਦੇ ਵਿੱਚ ਭੇਜਿਆ ਗਿਆ ਸੀ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ। ਤਾਂ ਉਹ ਪਰਲ ਬਕ ਕੀ ਕਹਿੰਦੀ ਹੈ? ਉਹ ਕਹਿੰਦੀ ਦੁਨੀਆ ਦੇ ਵਿੱਚ ਜੇ ਕੋਈ ਫਲਸਫਾ ਜਿਸ ਨੂੰ ਸਾਰੀ ਦੁਨੀਆ ਪ੍ਰਵਾਨ ਕਰ ਸਕਦੀ ਹੈ, ਸਵੀਕਾਰ ਕਰ ਸਕਦੀ ਹੈ, ਤਾਂ ਉਹ ਗੁਰੂ ਗ੍ਰੰਥ ਸਾਹਿਬ ਹੈ। ਤਾਂ ਉਹਨੂੰ ਪੁੱਛਿਆ ਗਿਆ, ਉਹ ਕਹਿੰਦਾ ਭਾਈ ਤੂੰ ਤਾਂ ਕ੍ਰਿਸਚੀਅਨ ਹੈ ਤੇ ਤੂੰ ਤਾਰੀਫ ਗੁਰੂ ਗ੍ਰੰਥ ਸਾਹਿਬ ਦੀ ਕਰ ਰਹੀ ਹੈ। ਉਹ ਕਹਿੰਦੇ ਸੱਚ ਨੂੰ ਤਾਂ ਸੱਚ ਮੰਨਣਾ ਪੈਂਦਾ। ਤਾਂ ਮੈਂ ਕਹਿੰਦਾ ਕਿ ਆਪਾਂ ਜੇ ਪੰਜਾਬੀ ਬੋਲੀ ਦਾ ਭਵਿੱਖ ਹੈ ਜਿਹੜਾ, ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਹੈ, ਫਿਰ ਦੁਨੀਆ ਦੀ ਕੋਈ ਤਾਕਤ ਪੰਜਾਬੀ ਬੋਲੀ ਦਾ ਕੁਝ ਨਹੀਂ ਵਿਗਾੜ। ਇਹ ਉਦੋਂ ਹੀ ਹੋਣਾ ਹੈ, ਸਾਡਾ ਜਿਹੜਾ ਨਿਗਾਰ ਉਦੋਂ ਹੀ ਹੋਣਾ ਹੈ ਜਦੋਂ ਅਸੀਂ ਗੁਰੂ ਤੋਂ ਬੇਮੁਖ ਹੋਵਾਂਗੇ। ਅਸੀਂ ਅਗਰ ਜਦੋਂ ਅਸੀਂ ਮਨਮੁਖ ਤੋਂ ਗੁਰਮੁਖ ਬਣ ਗਏ, ਫਿਰ ਸਾਡੀ ਨਾ ਕੋਈ ਬੋਲੀ ਨੂੰ ਖਤਰਾ, ਨਾ ਫਿਰ ਸਾਡੇ ਜਿਹੜੇ ਹੈ ਸੱਭਿਆਚਾਰ ਨੂੰ ਖਤਰਾ, ਨਾ ਸਾਡੇ ਸਦਾਚਾਰ ਨੂੰ ਖਤਰਾ। ਆ ਜਿਹੜੀ ਗੱਲ ਹੈ, ਅਸੀਂ ਜਿਹੜੀ ਜੋ ਦਰਦੀ ਸਾਹਿਬ ਨੇ ਵੀ, ਉਹਨਾਂ ਨੇ ਵੀ ਜਿਹੜਾ ਕਿਹਾ ਸੀ ਕਿ ਜਿੰਨਾ ਚਿਰ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਪੰਜਾਬੀ ਜਿਹੜੀ ਹੈ ਉੱਥੇ ਵਿੱਚ ਗੁਰਮੁਖੀ ਹੈ, ਤੇ ਫਿਰ ਉਹਨੂੰ ਕੋਈ ਖਤਰਾ ਨਹੀਂ। ਅਖੀਰ ਦੇ ਵਿੱਚ ਦੇਖ ਲਓ, ਮੈਂ ਤੁਹਾਨੂੰ ਕਹਿ, ਮੈਂ ਵੀ ਤੁਹਾਨੂੰ ਉੱਥੇ ਹੀ ਲਿਆਉਣਾ ਹੈ ਜਿੱਥੇ ਭਾਵੇਂ ਕਿ ਮੇਰੀ ਉਹਨਾਂ ਨੇ ਇੱਕ ਸੱਚਾਈ ਦਾ ਇੱਕ ਪੱਖ ਦੇਖਿਆ ਜਾਂਦਾ, ਇੱਕ ਦੂਜਾ, ਪਰ ਆਖਰ ਜਿਹੜੀ ਸੱਚਾਈ ਜਿਹੜੀ ਉਹ ਦੋਨੋਂ ਪੱਖ ਜਿਹੜੇ ਫਿਊਜ਼ ਹੋ ਜਾਂਦੇ, ਉਹਨਾਂ ਦਾ ਸੁਮੇਲ ਹੋ ਜਾਂਦਾ ਹੈ। ਤੇ ਉਹ ਮੈਂ ਤੁਹਾਨੂੰ ਕਰਕੇ ਦਿਖਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਸਾਰਿਆਂ ਨੇ ਅੱਜ ਜਿਹੜਾ ਇੱਕ ਇਤਿਹਾਸ ਕਾਇਮ ਕਰਤਾ। ਇਹ ਜਿਹੜਾ ਅੱਜ ਦਾ ਜਿਹੜਾ ਇਹ ਨਹੀਂ ਜ਼ਰੂਰ ਹੁੰਦਾ, ਸਾਡੇ ਕੋਲ ਇਹ ਨਹੀਂ ਹੁੰਦਾ ਵੀ ਅਸੀਂ ਹਜ਼ਾਰਾਂ ਦੀ ਗਿਣਤੀ ਹੋਵੇ। ਕੁਆਲਿਟੀ ਜਿਹੜੀ ਹੈ ਉਹ ਜ਼ਿਆਦਾ ਕੁਆਂਟੀਟੀ ਨਾਲੋਂ ਹਮੇਸ਼ਾ ਡਿਟਰਮਿਨ ਕਰਦੀ ਹੈ ਕਿ ਕਿਹੜੀ ਚੀਜ਼ ਨੇ ਕਿੰਨਾ ਅਸਰ ਹੁੰਦਾ। ਇੱਥੇ ਹਜੂਮ ਗਾਇਕ ਆਉਂਦੇ ਨੇ, ਮੂਸੇਵਾਲਾ ਕੋਈ ਹੋਰ ਆਏਗਾ, ਕੋਈ ਹਜ਼ਾਰਾਂ ਕਈ ਵਾਰੀ ਲੱਖਾਂ ਦੇ ਕੱਟ ਕਰ ਲੈਂਦੇ ਨੇ, ਪਰ ਉੱਥੇ ਹੀ ਬੰਦੇ ਪੱਲਾ ਝਾੜ ਕੇ ਚਲੇ ਜਾਂਦੇ ਨੇ ਸਾਰੇ। ਤੋਂ ਇਸ ਕਰਕੇ ਇਹ ਜਿਹੜੀਆਂ ਗੱਲਾਂ ਅੱਜ ਦਰਦੀ ਸਾਹਿਬ ਨੇ ਕੀਤੀਆਂ ਨੇ, ਪਰਮਵੀਰ ਉਹਨਾਂ ਨੇ ਕੀਤੀਆਂ ਨੇ, ਇੰਦਰ ਸਾਹਿਬ ਨੇ ਕੀਤੀਆਂ ਨੇ, ਥੋੜ੍ਹੀਆਂ ਜਿਹੀਆਂ ਮੈਂ ਵੀ ਦਾਸ ਨੇ ਵੀ ਕੀਤੀਆਂ ਨੇ, ਇਹ ਗੱਲਾਂ ਜਿਹੜੀਆਂ ਨੇ ਅੱਜ ਜਿਹੜੀਆਂ ਹੋਈਆਂ, ਹੁਣ ਜਿੱਦਾਂ ਮੈਂ ਕਿਹਾ ਸੀ, ਮੈਂ ਕੋਈ ਮਤਲਬ ਵਧਾ ਚੜਾ ਕੇ ਨਹੀਂ ਕਹਿ ਰਿਹਾ ਸੀਗਾ ਕਿ ਘੱਟੋ ਘੱਟ ਮੈਂ ਆਪ ਹੀ ਨਹੀਂ ਦੇਖਿਆ ਵੀ ਪੰਜਾਬੀ ਦਾ ਦਿਵਸ ਇਦਾਂ ਦਾ ਵੀ ਕਦੇ ਮਨਾਇਆ ਗਿਆ ਹੋਵੇ। ਤਾਂ ਇਹ ਇੱਕ ਵਿਲੱਖਣ ਅਸੀਂ ਇਤਿਹਾਸ ਜਿਹੜਾ ਅਸੀਂ ਅੱਜ ਸਿਰਜ ਦਿੱਤਾ ਇੱਥੇ। ਔਰ ਇਹ ਜ਼ਰੂਰ ਇਹ ਜਦੋਂ ਇਤਿਹਾਸ ਦੱਸੇਗਾ ਕਿ ਜਦੋਂ ਮੈਂ ਸੋਚਦਾ ਹੁੰਦਾ, ਜਦੋਂ ਗੁਰੂ ਨਾਨਕ ਪਾਤਸ਼ਾਹ ਜਦੋਂ ਕਿ ਭਾਈ ਮਰਦਾਨਾ ਜਦੋਂ ਤੁਰੇ ਜਾਂਦੇ ਹੁਣ, ਜਦੋਂ ਦੁਨੀਆ ਨੂੰ ਸਾਰੇ ਨੂੰ ਸੁਨੇਹਾ ਦਿੰਦੇ ਹੋਣਗੇ, ਤਾਂ ਕਿੰਨੇ ਕੁ ਲੋਕ ਅੰਦਾਜ਼ਾ ਲਾ ਲੈਣਗੇ ਉਸ ਵੇਲੇ ਉਹਨਾਂ ਦੋਵਾਂ ਨੂੰ ਦੇਖਦੇ, ਦੋ ਫਕੀਰਾਂ ਨੂੰ ਜਾਂਦੇ ਵੀ ਇੱਕ ਦਿਨ ਸਾਰੀ ਦੁਨੀਆ ਤੇ ਸਾਰੇ ਬ੍ਰਹਮੰਡ ਤੇ ਇਹਨਾਂ ਦਾ ਫਲਸਫਾ ਜਿਹੜਾ ਫੈਲਣਾ। ਮੈਨੂੰ ਨਹੀਂ ਲੱਗਦਾ ਕਿ ਬਹੁਤ ਲੋਕ ਇਹ ਅੰਦਾਜ਼ਾ ਲਾ ਸਕਣ। ਤਾਂ ਅੱਜ ਆਪਾਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਜੋ ਕੁਝ ਆਪਾਂ ਇੱਥੇ ਪੰਜਾਬੀ ਬੋਲੀ ਲਈ ਕਹਿ ਗਏ ਆ, ਇਹ ਜਿਹੜਾ ਹੈਗਾ ਇਹ ਇਤਿਹਾਸ ਸਿਰਜਿਆ ਗਿਆ। ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਨੇ ਬੜਾ ਥਾਟ ਪ੍ਰੋਵੋਕਿੰਗ ਸਾਨੂੰ ਮਜਬੂਰ ਕਰਤਾ ਵੀ ਅਸੀਂ ਆਪਣੇ ਮਨ ਮੰਦਰ ਵਿੱਚ ਦੇਖੀਏ। ਮੈਨੂੰ ਥੋੜੀ ਜਿਹੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਇਸ ਮੁੰਡੇ ਨੇ ਪੂਰੀ ਰਿਕਾਰਡ ਕੀਤੀ ਹੈ ਸਪੀਚ ਇਹਨਾਂ ਦੀ, ਔਰ ਮੈਂ ਕੱਲ ਜਾਂ ਪਰਸੋਂ ਇਹਨੂੰ ਐਡਿਟ ਕਰਵਾ ਕੇ ਟੀਵੀ ਦੇ ਉੱਤੇ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਨੂੰ ਸੁਣਾਵਾਂਗਾ। ਉਹ ਕਮਾਲ ਦੀ ਇਹਨਾਂ ਦੀ ਉਹ ਮੈਂ ਉਹਨੂੰ ਠੀਕ ਨਹੀਂ ਕਰਦਾ, ਜਿੰਨੀ ਵਾਰੀ ਮੈਂ ਠੀਕ